ਹੈਲੋ ਸਟੂਡੈਂਟਸ, ਸਾਡਾ ਅੱਜ ਦਾ ਵਿਸ਼ਾ ਹੈ ਉਦਾਰਵਾਦ 12ਵੀਂ ਜਮਾਤ ਰਾਜਨੀਤੀ ਸ਼ਾਸਤਰ। ਠੀਕ ਹੈ, ਜਿਸ ਨੂੰ ਅਸੀਂ ਕਹਾਂਗੇ ਅੰਗਰੇਜ਼ੀ ਵਿੱਚ ਲਿਬਰਲਿਜ਼ਮ। ਠੀਕ ਹੈ, ਇਹ ਵਾਟ ਇਜ਼ ਲਿਬਰਲਿਜ਼ਮ, ਲਿਬਰਲਿਜ਼ਮ ਕੀ ਹੁੰਦਾ ਹੈ ਜਾਂ ਉਦਾਰਵਾਦ ਕੀ ਹੁੰਦਾ ਹੈ। ਉਦਾਰਵਾਦ ਬੱਚਿਓ ਉਹ ਵਿਚਾਰਧਾਰਾ ਹੈ, ਠੀਕ ਹੈ, ਜੋ ਸੁਤੰਤਰਤਾ ਦੇ ਇਰਦ ਗਿਰਦ ਘੁੰਮਦੀ ਹੈ। ਮਤਲਬ ਜਿਹਦੇ ਲਈ ਸਭ ਨੂੰ ਫਰੀਡਮ ਦੇ ਵਿੱਚ ਰੱਖਣਾ, ਸਭ ਨੂੰ ਹਰ ਚੀਜ਼ ਦੀ ਫਰੀਡਮ ਹੋਣੀ ਚਾਹੀਦੀ ਹੈ, ਇਕੁਐਲਿਟੀ ਬੇਸ 'ਤੇ। ਭਾਵ ਸੁਤੰਤਰਤਾ ਉਦਾਰਵਾਦ ਦਾ ਕੇਂਦਰ ਬਿੰਦੂ ਹੈ। ਇਹਦਾ ਜਿਹੜਾ ਸੈਂਟਰ ਬਿੰਦੂ ਹੈ, ਮਿਡਲ ਪੁਆਇੰਟ ਹੈ ਥਿੰਕਰਸ ਦਾ, ਉਹ ਇਹੀ ਹੈ ਕਿ ਸਭ ਨੂੰ ਫਰੀਡਮ ਇਕੁਅਲੀ ਮਿਲਣੀ ਚਾਹੀਦੀ ਹੈ। ਸੁਤੰਤਰਤਾ ਦੇ ਆਧਾਰ 'ਤੇ ਕਿਸੇ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ। ਇਹ ਰਾਜ ਅਤੇ ਮਨੁੱਖੀ ਸੰਬੰਧਾਂ ਨਾਲ ਸੰਬੰਧ ਰੱਖਦੀ ਹੈ। ਇੰਗਲਿਸ਼ ਦੇ ਵਿੱਚ ਕਹੀਏ ਤਾਂ ਰਾਜ ਅਤੇ ਹਿਊਮਨਸ ਰਿਲੇਸ਼ਨਸ ਦੇ ਨਾਲ ਇਹ ਰਿਲੇਟਡ ਹੁੰਦੀ ਹੈ। ਮਨੁੱਖ ਦੀ ਸੁਤੰਤਰਤਾ, ਫਰੀਡਮ, ਸਮਾਨਤਾ, ਇਕੁਐਲਿਟੀ ਅਤੇ ਆਪਸੀ ਜਿਹੜਾ ਭਾਈਚਾਰਾ ਰਾਜ ਦੀ ਘੱਟੋ ਘੱਟ ਦਖਲਅੰਦਾਜ਼ੀ 'ਤੇ ਵਿਸ਼ਵਾਸ ਕਰਦੀ ਹੈ ਕਿ ਜਿਹੜਾ ਸਟੇਟ ਹੈ ਉਸਨੂੰ ਜਿਹੜੇ ਹਿਊਮਨ ਬੀਇੰਗਸ ਹੈ ਉਹਨਾਂ ਦੇ ਆਪਸੀ ਭਾਈਚਾਰੇ ਜਾਂ ਕਿਸੇ ਤਰ੍ਹਾਂ ਦੇ ਵਿੱਚ ਵੀ ਜਿਹੜਾ ਘੱਟ ਤੋਂ ਘੱਟ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ ਜਾਂ ਇੰਟਰਫੇਰੈਂਸ ਕਰਨੀ ਚਾਹੀਦੀ ਹੈ। ਪ੍ਰਤੀਨਿਧਾਤਮਕ ਸੰਸਥਾਵਾਂ 'ਤੇ ਇਹ ਵਿਚਾਰਧਾਰਾ 'ਤੇ ਜ਼ੋਰ ਦਿੰਦੀ ਹੈ। ਇਸ ਦੀਆਂ ਜਿਹੜੀਆਂ ਤਿੰਨ ਕਹਿ ਲਓ ਕਿ ਮੇਨ ਧਾਰਨਾਵਾਂ ਹਨ, ਜਿਵੇਂ ਲਿਬਰਟੀ, ਇਕੁਐਲਿਟੀ ਅਤੇ ਫਰੈਟਰਨਿਟੀ ਦੀ। ਠੀਕ ਹੈ, ਨੈਕਸਟ ਸਾਡੇ ਕੋਲ ਆ ਜਾਂਦਾ ਹੈ ਗਾਇਜ਼ ਉਦਾਰਵਾਦ। ਮੁੱਖ ਸਮਰਥਕ ਕੌਣ ਸੀ ਇਹਦੇ, ਕਿਹੜੇ ਐਸੇ ਥਿੰਕਰ ਸੀਗੇ ਜਿਨ੍ਹਾਂ ਦੇ ਜਿਹੜੇ ਥਾਟਸ ਸੀਗੇ ਉਹ ਇਸ ਵਿਚਾਰਧਾਰਾ ਨਾਲ ਸੰਬੰਧਿਤ ਸੀ। ਵਿਦਵਾਨ ਜਿਨ੍ਹਾਂ ਨੇ ਇਸ ਵਿਚਾਰਧਾਰਾ ਨੂੰ ਪ੍ਰਫੁੱਲਿਤ ਕੀਤਾ ਜਾਂ ਅੱਗੇ ਵਧਾਇਆ ਉਹ ਸੀਗੇ ਐਡਮ ਸਮਿਥ, ਜੌਨ ਲਾਕ, ਰੂਸੋ, ਮਿਲ, ਜਰਮੀ ਬੈਂਥਮ, T.H. ਗ੍ਰੀਨ, ਹੈਰਲਡ, ਲਾਸਕੀ ਅਤੇ ਸਾਰਟੋਰੀ ਦਾ ਨਾਮ ਜਿਹੜਾ ਹੈ ਉਹ ਲੈਣਯੋਗ ਹੈ ਜਾਂ ਵਰਣਨਯੋਗ ਹੈ। ਹੁਣ ਸਾਡੇ ਕੋਲ ਇੱਥੇ ਨੀਚੇ ਪਿਕਚਰਸ ਵੀ ਦਿੱਤੀਆਂ ਹੋਈਆਂ ਗਾਈਜ਼, ਜਿਵੇਂ ਕਿ ਐਡਮ ਸਮਿਥ, ਜੌਨ ਲਾਕ ਅਤੇ ਰੂਸੋ। ਇਹ ਉਦਾਰਵਾਦ ਨਾਲ ਰਿਲੇਟਿਡ ਫੇਮਸ ਕਹਿ ਲਓ ਕਿ ਬਹੁਤ ਇੰਪੋਰਟੈਂਟ ਥਿੰਕਰਸ ਨੇ, ਵਿਦਵਾਨ ਨੇ, ਜਿਨ੍ਹਾਂ ਨੇ ਆਪਣੇ ਵਿਚਾਰਾਂ ਦੇ ਆਧਾਰ 'ਤੇ ਕੁਝ ਥਾਟਸ ਦਿੱਤੇ ਹੈ ਜਿਹੜੇ ਅਸੀਂ ਐਜ਼ ਏ ਡੈਫੀਨੇਸ਼ਨਸ ਯੂਜ਼ ਕਰਦੇ ਹਾਂ। ਉਦਾਰਵਾਦ ਸ਼ਬਦੀ ਅਰਥ ਕੀ ਹੈ ਇਹਦਾ? ਅੰਗਰੇਜ਼ੀ ਭਾਸ਼ਾ ਦੇ ਸ਼ਬਦ ਲਿਬਰਲਿਜ਼ਮ ਦਾ ਪੰਜਾਬੀ ਵਿੱਚ ਅਨੁਵਾਦ ਕਰੀਏ ਤਾਂ ਉਸਨੂੰ ਅਸੀਂ ਉਦਾਰਵਾਦ ਕਹਿੰਦੇ ਹਾਂ। ਜਿਵੇਂ ਕਿ ਇਹਦੇ ਵਰਡ ਤੋਂ ਹੀ ਗਾਈਜ਼ ਕਲੀਅਰ ਹੈ, ਉਦਾਰ, ਸਭ ਦੇ ਪ੍ਰਤੀ ਨਾਜ਼ੁਕ ਰਵੱਈਆ ਰੱਖਣਾ। ਲਿਬਰਲਿਜ਼ਮ ਸ਼ਬਦ ਦੀ ਉਤਪਤੀ ਲਾਤੀਨੀ ਭਾਸ਼ਾ ਦੇ ਸ਼ਬਦ ਲਿਬਰਲਿਸ ਤੋਂ ਹੋਇਆ ਹੈ, ਜਿਸ ਦਾ ਅਰਥ ਹੈ ਸੁਤੰਤਰ ਵਿਅਕਤੀ, ਜਿਸ ਦੇ ਕਹਿ ਲਓ ਸੁਤੰਤਰਤਾ ਦੇ ਉੱਪਰ, ਚਾਹੇ ਉਸਦੀ ਵਿਚਾਰਧਾਰਾ ਹੈ ਜਾਂ ਉਸਦੀ ਨਿੱਜੀ ਜ਼ਿੰਦਗੀ ਹੈ, ਕਿਸੇ ਤਰ੍ਹਾਂ ਦਾ ਕਹਿ ਲਓ ਕਿ ਕਿਸੇ ਤਰ੍ਹਾਂ ਉਸਨੂੰ ਜਕੜਿਆ ਨਾ ਜਾ ਸਕੇ। ਉਦਾਰਵਾਦ ਮੁੱਖ ਪਰਿਭਾਸ਼ਾਵਾਂ ਜਿਹੜੀਆਂ ਸਾਡੇ ਸਾਹਮਣੇ ਆਉਂਦੀਆਂ ਹਨ ਉਹ ਹਨ ਸਾਰਟੋਰੀ ਦੇ ਅਨੁਸਾਰ, ਅਕੋਰਡਿੰਗ ਟੂ ਸਾਰਟੋਰੀ, ਸਧਾਰਨ ਰੂਪ ਵਿੱਚ ਉਦਾਰਵਾਦ ਵਿਅਕਤੀਗਤ ਸੁਤੰਤਰਤਾ ਉੱਪਰ, ਇੰਡੀਵਿਜੂਅਲ ਕਹਿ ਲਓ ਕਿ ਫਰੀਡਮ ਦੇ ਉੱਪਰ ਜਾਂ ਨਿਆਇਕ ਸੁਰੱਖਿਆ, ਉਹਨੂੰ ਪੂਰੀ ਪ੍ਰੋਟੈਕਸ਼ਨ ਮਿਲਣੀ ਚਾਹੀਦੀ ਹੈ ਜੁਡੀਸ਼ਰੀ ਵੱਲੋਂ, ਅਤੇ ਸੰਵਿਧਾਨਿਕ ਰਾਜ ਦੇ ਸਿਧਾਂਤਾਂ ਦਾ ਵਿਵਹਾਰ ਹੈ। ਅਤੇ ਸੰਵਿਧਾਨਿਕ ਮਤਲਬ ਜਿਹੜੇ ਸਾਡੇ ਕੰਸਟੀਟਿਊਸ਼ਨ ਸਟੇਟਸ ਹੈ ਉਹਨਾਂ ਦਾ ਵਿਵਹਾਰ ਹੈ। ਲਾਸਕੀ ਦੇ ਅਨੁਸਾਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਦਾਰਵਾਦ ਦਾ ਸੁਤੰਤਰਤਾ ਨਾਲ ਸਿੱਧਾ ਸੰਬੰਧ ਹੈ। ਕਿ ਉਦਾਰਵਾਦ ਨੂੰ ਜੇ ਅਸੀਂ ਸੋਚਿਆ ਜਾਏ ਤਾਂ ਉਦਾਰਵਾਦ ਕੀ ਹੈ ਗਾਈਜ਼? ਉਦਾਰਵਾਦ ਵਿਅਕਤੀਗਤ, ਇੰਡੀਵਿਜੂਅਲ, ਸਾਡੀ ਜਿਹੜੀ ਨਿੱਜੀ ਸੁਤੰਤਰਤਾ ਹੈ ਜਿਸ ਵਿੱਚ ਕਿਸੇ ਤਰ੍ਹਾਂ ਦੀ ਸਟੇਟ ਦੀ ਜਾਂ ਰਾਜ ਦੀ ਕੋਈ ਦਖਲਅੰਦਾਜ਼ੀ ਨਾ ਹੋਵੇ। ਠੀਕ ਹੈ, ਇਹ ਨੈਕਸਟ ਸਾਡੇ ਕੋਲ ਆ ਜਾਂਦਾ ਹੈ ਅਕੋਰਡਿੰਗ ਟੂ ਇਨਸਾਈਕਲੋਪੀਡੀਆ ਬ੍ਰਿਟੈਨਿਕਾ ਦੇ ਅਨੁਸਾਰ ਉਦਾਰਵਾਦ ਦੇ ਸਾਰੇ ਵਿਚਾਰ ਸਾਰ ਸੁਤੰਤਰਤਾ ਦੇ ਸਿਧਾਂਤ ਹੈ। ਜੇ ਅਸੀਂ ਆਲ ਓਵਰ ਉਸਨੂੰ ਚੰਗੀ ਤਰ੍ਹਾਂ ਸਮਝਣਾ ਜਾਂ ਸਾਨੂੰ ਉਸਦਾ ਮੀਨਿੰਗ ਕਲੀਅਰ ਹੋਣਾ ਚਾਹੀਦਾ ਹੈ ਕਿ ਇਹ ਕਿਸ ਚੀਜ਼ 'ਤੇ ਆਧਾਰਿਤ ਹੈ, ਤਾਂ ਗਾਈਜ਼ ਇਹ ਮਨੁੱਖੀ ਸੁਤੰਤਰਤਾ 'ਤੇ ਆਧਾਰਿਤ ਹੈ। ਉਦਾਰਵਾਦ ਦੇ ਰੂਪ ਹੈ ਜਿਹੜੇ ਉਹ ਕਹਿ ਲਓ ਕਿ ਇਸਨੂੰ ਅਲੱਗ-ਅਲੱਗ ਭਾਗਾਂ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ। ਪਰੰਪਰਾਵਾਦੀ ਉਦਾਰਵਾਦ, ਨੈਕਸਟ ਸਾਡੇ ਕੋਲ ਆ ਜਾਏਗਾ ਸਮਕਾਲੀ ਉਦਾਰਵਾਦ, ਪਰਵਰਤੀ ਉਦਾਰਵਾਦ। ਇਹ ਹੁਣ ਤੁਹਾਡੇ ਸਾਹਮਣੇ ਪਿਕਚਰਸ ਦੇ ਵਿੱਚ ਤੁਹਾਨੂੰ ਅੱਛੀ ਤਰ੍ਹਾਂ ਸਮਝਾ ਦਿੱਤਾ ਗਿਆ ਹੈ ਕਿ ਪਿਕਚਰਸ ਦਿਖਾ ਕੇ ਕਿ ਵੈਲਫੇਅਰ ਫੰਕਸ਼ਨਸ ਹੋਣ, ਗਲੋਬਲਾਈਜੇਸ਼ਨਸ ਹੋਣ। ਠੀਕ ਹੈ, ਨੈਕਸਟ ਸਾਡੇ ਕੋਲ ਆ ਜਾਂਦਾ ਹੈ ਵਿਅਕਤੀ ਨੂੰ ਖੁੱਲ੍ਹਾ ਛੱਡ ਦਿਓ, ਸੁਤੰਤਰ ਅਰਥ ਵਿਵਸਥਾ। ਹੁਣ ਇਸ ਵਿੱਚ ਇਹ ਕਿਹਾ ਗਿਆ ਹੈ ਕਿ ਵਿਅਕਤੀ ਨੂੰ ਕਿਸੇ ਜ਼ੰਜੀਰਾਂ 'ਚ ਨਾ ਜਕੜਿਆ ਜਾਵੇ, ਉਹ ਅਕੋਰਡਿੰਗ ਟੂ ਆਪਣੀ ਕੈਪੈਸਿਟੀ, ਜੋ ਵੀ ਕੈਪੇਬਿਲਿਟੀ ਹੈਗੀ ਹੈ, ਉਹ ਜੋ ਵੀ ਹੁਨਰ ਉਸਦੇ ਅੰਦਰ, ਜੋ ਵੀ ਤਾਕਤ ਹੈ ਅੱਗੇ ਨਿਕਲਣ ਦੀ, ਉਹ ਉਸਦੇ ਅਕੋਰਡਿੰਗ ਅੱਗੇ ਨਿਕਲ ਸਕੇ, ਆਪਣੇ ਵਿਚਾਰਾਂ ਨੂੰ ਖੁੱਲ੍ਹ ਕੇ ਦੂਜਿਆਂ ਸਾਹਮਣੇ ਐਕਸਪ੍ਰੈਸ ਕਰ ਸਕੇ। ਉਦਾਰ ਦੀ ਧਾਰਨਾ ਦਾ ਵਿਕਾਸ
ठीक है। उस तो बाद साडे कोल की आ जाता है कि उदारवाद की धारणा का विकास कदों होया, जिसका मैं पहला पॉइंट तुहानूं दस्सिया है कि व्यक्ति नूं खुला छड्ड दो, ठीक है, उसनूं पूरी तरह फ्री कर दो, फ्रीडम उसनूं दित्ती जाए। दूसरा विश्वीकरण, जो विश्वीकरण आया पूरा विश्व एक दूजे नाल जुड़िया, ठीक है, चीज़ों का आन प्रदान, चीज़ों का लैन देन होया, ठीक है। तो इस तरह ਦੀਆਂ विचारधारावां ने जन्म लिया। ये दूसरा जी धारणा नाल संबंधित है वो है कल्याणकारी राज। राज नूं इस दे लई कल्याणकारी होना चाहिए, लोगों की भलाई बारे सोचना चाहिए, ठीक। ये लोगों के कल्याणकारी राज की धारणा उपर आधारित है और इहो जिहे कल्याणकारी राज के अंदर ही ये पैदा हो सकता है, ठीक है। जो भी नियम साडे राज बनावे वो कल्याणकारी होण और उस तो बाद जो भी अर्थ व्यवस्था बनाई जाए वो भी लोगों को सोच के ही बनाई जाए। नैक्सट साडे कोल आ जाता है कि जिहड़ा असीं पहलां पढ़ चुके हैं कि इहदियां 3 टाइप्स हैं। पहला साडे कोल आ जाता है परंपरावादी उदारवाद दीयां मुख विशेषतावां की सी गाइस। तो नंबर 1 ते साडे कोल आंदा है व्यक्ति की सर्वउच्चता उपर भरोसा कि पूरे दे पूरे राज दे विच जिहड़ी सर्वउच्च कौन है, लोग होणगे और इस ते पूरा सर्वउच्चता ते भरोसा होना चाहिए कि हाँ भी सब तो मुख जिहड़ा सेंटर पॉइंट है साडा ह्यूमन बीइंग्स ते उनकी फ्रीडम है। नैक्सट साडे कोल आ जांदा मनुखी अधिकारां ते जोर, ज़्यादा तो ज़्यादा ह्यूमन राइट्स उपर जोर दिता जाना चाहिए। राज की गैर दखल नीति उत्ते मुख सिद्धांत, जिवें मैं पहला भी दस्सिया कि राज नूं लोकां नूं स्वतंत्र छड्डना चाहिए है, स्वतंत्र सोच होनी चाहिए है उन्हां दी, ते उस दे आधार ते राज नूं घट तो घट दखलअंदाजी करनी चाहिए है। व्यक्तिगत उद्देश, ठीक है, ते राज साधन। व्यक्तिगत उद्देश यही है कि लोगों के लिए जो उनके उद्देश होने चाहिए हैं, राज एक साधन के तौर पर काम करना चाहिए है। नैक्सट साडे कोल आ जाता है परंपरावादी उदारवाद दीयां मुख विशेषतावां की हैं गाइस, करैक्टरिस्टिक्स। नैक्सट राज एक बनावटी संस्था है जो कि मनुख ने अपनी सहूलत नहीं बनाई हुई है और इसका काम लोगों को सर्व करना है। नंबर 6 आ जाता है राज एक जरूरी बुराई मनना। राज एक इहो जी बुराई है जिहड़ी कि हर ह्यूमन बीइंग्स दी स्वतंत्रता उपर रोक लगांदी है, उसकी फ्रीडम से रोक लगांदी है तो उसनूं स्वतंत्र तौर पर जीण अते सोचण ते बंधक बनाउंदी है। नैक्सट साडे कोल आ जाता है जीवन स्वतंत्रता ते संपत्ति विकास लई जरूरी है। हुण जे असीं देखीए ते जिहड़ा जीवन है उस स्वतंत्रता ते संपत्ति विकास लई जरूरी है, उस दे लई स्वतंत्रता है वो बहुत जरूरी है। नैक्सट साडे कोल गाइस दा टॉपिक सैकेंड उदारवाद दा, जिस विच असीं हुण पढ़ांगे समकाली उदारवाद दे मुख सिद्धांत या उदारवाद दे मुख सिद्धांत। की सिद्धांत हैं? मानववाद, सोच विच भरोसा है, ह्यूमन जिहड़ा है उनदे नाल रिलेटिड है, ह्यूमनिज्म असीं कह सकते हैं, उनके उपर भरोसा है कि ज़्यादा तो ज़्यादा लोगों के उपर विश्वास रखता है, लोगों को अगे रखना चाहता है। मनुखी स्वतंत्रता विच इसका पूरा विश्वास है, लोगों को कह लो भी किसी तरह दी जंजीरां या बंदिशां विच नहीं जकड़िया जाना चाहिए। मनुख की तरकशीलता विच भरोसा, मनुख नूं इन्नी फ्रीडम होनी चाहिए है कि तर्क वितर्क कर सके, सही गलत बारे अपने विचार रख सके, ठीक है। व्यक्तिवाद का खंडन, व्यक्तिवाद किसी कुछ व्यक्तियों के समूह या ग्रुप जो कि समाज के उपर कह लो कि पूंजीपति वर्ग हो गया या ताकतवर वर्ग हो गया या किसी भी तरह का कोई राजनीतिक वर्ग हो गया दा अधिकार का विरोध करता है। नैक्सट साडे कोल आ जाता है नंबर 5 नियमित अर्थव्यवस्था उत्ते जोर। जिहड़ी अर्थव्यवस्था उससे कुछ पूंजीपतियां या कुछ अमीर वर्ग या कह लो कि कुछ हाई क्लास का पूरा अधिकार नहीं होना चाहिए। सॉरी गाइस, सॉरी इस करके कि लैसन लंबा हो रहा है, मैनू लगता है तुसी कर ना पाओ या फिर बोर ना फील करो, पर फिर भी असी इस लैसन नूं करांगे क्योंकि जो लेआउट्स दित्तियां गाइज उन्हां दे अकॉर्डिंग तुहानूं पढ़ना घट पेगा और तुसी कुछ लाइनां दे पॉइंट्स के अकॉर्डिंग जिहड़ी गल्लां हैं बहुत चंगी तरह समझ पाओगे। नंबर 6 प्रतिनिधि संस्थावां ते विश्वास। प्रतिनिधि संस्थावां जो बनाईयां जांदियां हन, जो लोगों की भलाई लई बनाईयां गईयां हन, उन्हां उपर विश्वास करना। विश्वव्यापी सबनूं वोट अधिकार देना बिना किसी भेदभाव ते। धर्म निरपक्षता, धर्म दे विच राज दा या किसी होर दा किसी तरह का कोई भेदभाव नहीं, कोई भी धर्म अपनाओ, कोई भी धर्म छड्डो, ठीक है। एक निजी फैसला है जो कि इंसान ने आप करना हुंदा है। बहुवादी समाज की किसी भी तरह का धर्म अलग अलग तरह के जो लोग हैं उन्होंने सबनों अपनाना, उन्हों की सोच नूं अपनाना
ਤੇ ਉਹਨਾਂ ਦੇ ਰਹਿਣ ਸਹਿਣ ਜੀਣ ਦੇ ਢੰਗਾਂ ਨੂੰ ਪੂਰੀ ਫਰੀडम ਦੇਣੀ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਗਾइस ਉੱਤਰ ਸਮਕਾਲੀ ਉਦਾਰਵਾਦ। ਬਹੁਤ ਹੀ ਆਧੁਨਿਕ ਸਮੇਂ ਵਿੱਚ ਉਦਾਰਵਾਦ ਤੋਂ ਅੱਗੇ ਉੱਤਰ ਸਮਕਾਲੀ ਉਦਾਰਵਾਦ ਦੀ ਹੋਂਦ ਵਿੱਚ ਆ ਗਿਆ। ਉਦਾਰਵਾਦ ਦੇ ਇੱਕ ਨਵੇਂ ਰੂਪ ਦਾ ਆਗਮਨ ਹੋਇਆ ਹੈ, ਉਸ ਨੂੰ ਅਸੀਂ ਕਹਿ ਦਿੰਦੇ ਹਾਂ ਉੱਤਰ ਸਮਕਾਲੀ ਉਦਾਰਵਾਦ। ਨਵੀਂ ਅੰਤਰਰਾਸ਼ਟਰੀ ਅਰਥ ਵਿਵਸਥਾ ਦੀ ਮੰਗ ਜਦੋਂ ਹੋਈ ਉਦੋਂ ਇਸ ਦਾ ਕਹਿ ਲਓ ਕਿ ਆਗਮਨ ਹੋਇਆ। ਨਵੀਂ ਅੰਤਰਰਾਸ਼ਟਰੀ ਆਰਥਿਕ ਪ੍ਰਣਾਲੀ ਪ੍ਰਤੀਯੋਗੀ ਉਦਾਰਵਾਦ ਅਰਥ ਵਿਵਸਥਾ ਅਤੇ ਵਿਸ਼ਵੀਕਰਨ ਉੱਤੇ ਜ਼ੋਰ ਦਿੰਦੀ ਹੈ। ਉੱਤਰ ਸਮਕਾਲੀ ਉਦਾਰਵਾਦ ਆਧੁਨਿਕ ਰਾਜ ਦਾ ਇੱਕ ਨਵਾਂ ਸੰਕਟ 'ਚ ਫਸੇ ਨਾਗਰਿਕਾਂ ਨੂੰ ਤੇ ਉਸਦੇ ਜੀਵਨ ਦੇ ਅਧਿਕਾਰ ਦੀ ਰੱਖਿਆ ਲਈ ਰਾਜ ਪ੍ਰਮੁੱਖ ਭੂਮਿਕਾਵਾਂ ਨਿਭਾਉਂਦਾ ਹੈ। ਜਿਵੇਂ ਕਿ ਹੁਣ ਤੁਸੀਂ ਦੇਖਿਆ ਕੋਵਿਡ-19 ਵਰਗੀ ਕਰੋਪੀ ਆਈ ਹੋਈ ਹੈ ਔਰ ਉਹਦੇ ਵਿੱਚ ਸਾਡੀ ਜਿਹੜੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਜੀਵਨ ਰੱਖਿਆ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਤਾਂ ਇਸ ਤਰ੍ਹਾਂ ਦੇ ਸੰਕਟ 'ਚ ਕੱਢਣ ਲਈ ਤੇ ਵਿਸ਼ਵਾਸ ਰੱਖਦਾ ਹੈ। ਪੁਰਾਤਨ ਉਦਾਰਵਾਦੀ ਤੇ ਸਮਕਾਲੀ ਉਦਾਰਵਾਦ ਵਿੱਚ ਅੰਤਰ ਕੀ ਹੈ, ਡਿਫਰੈਂਸ ਕੀ ਹੈ? ਨੰਬਰ 1 ਵਿਅਕਤੀਵਾਦੀ ਸਿਧਾਂਤਾਂ ਦਾ ਖੰਡਨ। ਠੀਕ ਹੈ, ਉਹ ਵਿਅਕਤੀਵਾਦੀ ਸਿਧਾਂਤਾਂ ਦਾ ਖੰਡਨ ਕਰਦੇ ਹਨ। ਰਾਜ ਸੰਬੰਧੀ ਰਾਜ ਦੀ ਜੋ ਪ੍ਰਤੀ ਲੋਕਾਂ ਦੀ ਜੋ ਸੋਚ ਹੈ ਰਾਜ ਪ੍ਰਤੀ ਉਹਦੇ ਵਿੱਚ ਵੀ ਅੰਤਰ ਹੈ। ਠੀਕ ਹੈ, ਇੱਕ ਰਾਜ ਨੂੰ ਜ਼ਰੂਰੀ ਤੱਤ ਮੰਨਦੇ ਹਨ, ਇੱਕ ਕਹਿੰਦੇ ਰਾਜ ਜੋ ਹੈ ਕਿ ਬੰਦਿਸ਼ਾਂ ਲਗਾਉਂਦਾ ਹੈ, ਇਸ ਕਰਕੇ ਰਾਜ ਕੋਈ ਸਾਧਨ ਹੈ। ਠੀਕ ਹੈ, ਉਦੇਸ਼ ਨਹੀਂ ਹੈ। ਕੁਦਰਤੀ ਅਧਿਕਾਰਾਂ ਉੱਪਰ ਜ਼ੋਰ ਦਿੱਤਾ ਗਿਆ ਹੈ। ਪੁਰਾਤਨ ਉਦਾਰਵਾਦ ਵਿੱਚ ਕਲਿਆਣਕਾਰੀ ਕਾਰਜਾਂ ਦੇ ਸੰਬੰਧੀ ਵੀ ਉਹਨਾਂ ਦੀ ਜਿਹੜੀ ਸੋਚ ਹੈ ਗਾਇਜ਼ ਉਹ ਅਲੱਗ-ਅਲੱਗ ਹੈ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਉਦਾਰਵਾਦੀ ਆਲੋਚਨਾ। ਰਾਜ ਇੱਕ ਜ਼ਰੂਰੀ ਬੁਰਾਈ ਨਹੀਂ ਹੈ। ਰਾਜ ਕੋਈ ਬੁਰਾਈ ਨਹੀਂ ਹੈ ਗਾਇਜ਼। ਰਾਜ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਤਾਂ ਕਹਿ ਲਓ ਕਿ ਆਦਿ ਮਾਨਵ ਟਾਈਪ ਲੋਕ ਹੁੰਦੇ ਸੀ ਜੋ ਕਿ ਸ਼ਕਤੀ ਲਈ ਸੰਘਰਸ਼ ਕਰਦੇ ਸੀ। ਜਿਸ ਕੋਲ ਪਾਵਰ ਹੁੰਦੀ ਸੀ ਗਾਇਜ਼ ਉਹ ਦੂਜੇ ਨੂੰ ਦਬਾਉਂਦਾ ਸੀ ਔਰ ਇਹੀ ਨੋਰਮਲੀ ਹਰ ਇੱਕ ਸਮਾਜ ਵਿੱਚ ਹੁੰਦਾ ਆਇਆ ਹੈ। ਤਾਂ ਰਾਜ ਜੋ ਹੈ ਸਾਨੂੰ ਜੀਣਾ ਸਿਖਾਉਂਦਾ ਹੈ, ਸਾਨੂੰ ਸਾਡਾ ਕਹਿ ਲਓ ਕਿ ਆਪਸ ਦੇ ਵਿੱਚ ਮਿਲਣਾ ਸਿਖਾਉਂਦਾ ਹੈ। ਸਾਡੇ ਕਹਿ ਲਓ ਕਿ ਜੇ ਸਾਡੇ ਨਾਲ ਕੁਝ ਗਲਤ ਹੁੰਦਾ ਹੈ ਤਾਂ ਕੁਝ ਨਿਯਮ ਬਣਾਉਂਦਾ ਹੈ ਜਿਸ ਨਾਲ ਇੱਕ ਇਨਸਾਨ ਦੂਸਰੇ ਇਨਸਾਨ ਦਾ ਬੁਰਾ ਨਾ ਕਰ ਸਕੇ। ਜੋ ਕਾਨੂੰਨ ਬਣਾਏ ਜਾਂਦੇ ਉਹਨਾਂ ਨੂੰ ਫੋਲੋ ਕਰਕੇ ਇੱਕ ਚੰਗੇ ਅਤੇ ਕਲਿਆਣਕਾਰੀ ਰਾਜ ਦੀ ਅਸੀਂ ਕਲਪਨਾ ਕਰ ਸਕਦੇ ਹਾਂ। ਰਾਜ ਤੋਂ ਬਿਨਾਂ ਇਹ ਚੀਜ਼ਾਂ ਸਾਨੂੰ ਨਹੀਂ ਮਿਲਣਗੀਆਂ। ਵਿਅਕਤੀ ਆਪਣੀ ਭਲਾਈ ਦਾ ਆਪ ਨਿਰਣਾਇਕ ਨਹੀਂ ਹੈ। ਹਰ ਵਿਅਕਤੀ ਵਿੱਚ ਇੰਨੀ ਪਾਵਰ ਜਾਂ ਇੰਨੀ ਸੋਚ ਸ਼ਕਤੀ ਨਹੀਂ ਹੁੰਦੀ ਕਿ ਉਹ ਆਪਣੇ ਭਲੇ ਬਾਰੇ ਸੋਚ ਸਕੇ। ਸੁਤੰਤਰਤਾ ਸੰਬੰਧੀ ਗਲਤ ਵਿਚਾਰ ਕੁਝ ਜਿਹੜੇ ਬਿਲਕੁਲ ਸੁਤੰਤਰਤਾ 'ਤੇ ਕਹਿ ਦਿੱਤਾ ਗਿਆ ਹੈ ਕਿ ਸਾਡੀ ਨੇਚਰ 'ਚ ਸਾਨੂੰ ਸੁਤੰਤਰਤਾ ਮਿਲੀ ਹੈ ਤਾਂ ਸਾਨੂੰ ਪੂਰਾ ਖੁੱਲ੍ਹਾ ਛੱਡ ਦਿੱਤਾ ਜਾਣਾ ਚਾਹੀਦਾ ਹੈ। ਤਾਂ ਗਾਇਜ਼ ਇਸ ਤਰ੍ਹਾਂ ਦੀ ਸੁਤੰਤਰਤਾ ਵੀ ਹਾਨੀਕਾਰਕ ਹੁੰਦੀ ਹੈ। ਕੁਦਰਤੀ ਅਧਿਕਾਰਾਂ ਦਾ ਖੰਡਨ। ਜਿਹੜੇ ਕੁਦਰਤੀ ਅਧਿਕਾਰ ਸਾਨੂੰ ਮਿਲੇ ਹਨ ਉਹਨਾਂ ਦਾ ਖੰਡਨ ਕੀਤਾ ਗਿਆ ਹੈ। ਸਮਾਜ ਕੇਵਲ ਵਿਅਕਤੀ ਦਾ ਸਮੂਹ ਨਹੀਂ ਹੈ, ਵਿਅਕਤੀਆਂ ਨੂੰ ਮਿਲਾ ਕੇ ਕਿਸੇ ਸਮਾਜ ਦਾ ਨਿਰਮਾਣ ਨਹੀਂ ਹੁੰਦਾ ਹੈ। ਪੂੰਜੀਵਾਦ ਦੇ ਸਮਰਥਕ ਹਨ, ਇਸ ਵਿੱਚ ਪੂੰਜੀਵਾਦ ਦਾ ਸਮਰਥਨ ਕੀਤਾ ਗਿਆ ਹੈ। ਸਮ ਕੋਟੇਸ਼ਨਸ ਆਫ ਲਿਬਰਲਿਜ਼ਮ। ਮੈਨ ਇਜ਼ ਬॉर्न फ्री बट एवरीवेयर ही इज़ चेन। कहते हैं कि ਜਾਂ ਕਹਿ ਲਓ ਕਿ ਕਹਿੰਦੇ ਹਨ ਗਾਇਜ਼। ਪਰ ਹਿੰਦੀ ਯੂਜ਼ ਕਰ ਰਹੀ ਸੀ, ਚਲੋ ਹਿੰਦੀ ਵਾਲੇ ਗਾਇਜ਼ ਮੈਂ ਜੋ ਇੰਗਲਿਸ਼ ਦੇ ਵਰਡਸ ਯੂਜ਼ ਕੀਤੇ ਆ ਉਹ ਇੰਗਲਿਸ਼ ਵਾਲੇ, ਹਿੰਦੀ ਵਾਲੇ, ਪੰਜਾਬੀ ਵਾਲੇ ਇਸ ਚੀਜ਼ਾਂ ਨੂੰ ਚੰਗੀ ਤਰ੍ਹਾਂ ਅੰਡਰਸਟੈਂਡ ਕਰ ਸਕਦੇ ਆ ਕਿ ਮੈਨ ਇਜ਼ ਬॉर्न फ्री। ਜਿਹੜਾ ਆਦਮੀ ਹੈ ਉਹ ਫ੍ਰੀ ਸੁਤੰਤਰ ਤੌਰ 'ਤੇ ਪੈਦਾ ਹੋਇਆ ਹੈ, ਬਟ ਉਹ ਇਕੱਲਾ ਨਹੀਂ ਰਹਿ ਸਕਦਾ। ਨਾ ਹੀ ਕਿਸੇ ਸਮਾਜ ਤੋਂ ਬਿਨਾਂ ਉਹਦਾ ਕੋਈ ਅਸਤਿਤਵ ਹੈ, ਨਾ ਉਹਦੀ ਕੋਈ ਪਹਿਚਾਣ ਹੈ, ਨਾ ਉਹ ਕੋਈ ਤਰੱਕੀ ਕਰ ਸਕਦਾ ਹੈ। ਅਤੇ ਇੱਕ ਚੇਨ ਦੇ ਨਾਲ ਉਹ ਜੁੜਿਆ ਹੋਇਆ ਹੈ। ਸਟੇਟ ਇਜ਼ ਮਾਰਚ ਆਫ ਗੋਡ ਔਨ ਦਾ ਐਰਥ ਹੌਬਸ ਦੇ ਅਕੋਰਡਿੰਗ। ਕਿ ਕਹਿ ਲਓ ਕਿ ਜਿਹੜਾ ਸਟੇਟ ਹੈ ਮਾਰਚ ਆਫ ਗੋਡ ਔਨ ਦਾ ਐਰਥ, ਉਸ ਲਈ ਇੱਕ ਗੋਡ ਦੀ ਤਰ੍ਹਾਂ ਹੈ ਐਰਥ ਦੇ ਉੱਪਰ ਜੋ ਉਸਦੀ ਹਰ ਰਾਹ 'ਤੇ ਪ੍ਰੋਟੈਕਸ਼ਨ ਕਰਦਾ ਹੈ। ਵਿਲ ਨਾਟ ਫੋਰਸ ਇਜ਼ ਦਾ ਬੇਸਿਸ ਆਫ ਸਟੇਟ। ਐਸਾ ਐਵੇਂ ਦੀ ਕੋਈ ਗੱਲ ਨਹੀਂ ਹੈ। TH ਗ੍ਰੀਨ ਦੇ ਅਕੋਰਡਿੰਗ ਜਿਹੜੀ ਫੋਰਸ ਹੈ ਉਹ ਸਟੇਟ ਦੇ ਵਿੱਚ ਹੀ ਤੁਹਾਨੂੰ ਮਿਲੇਗੀ। ਮੈਕਸੀਮਮ ਹੈਪੀਨੈਸ ਆਫ ਦਾ ਮੈਕਸੀਮਮ ਨੰਬਰ ਬੈਂਥ। ਕਿ ਜਿਹੜੀ ਜ਼ਿਆਦਾ ਤੋਂ ਜ਼ਿਆਦਾ ਖੁਸ਼ੀ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਨੰਬਰ ਸੰਖਿਆਵਾਂ ਦੇ ਵਿੱਚ ਮਿਲੇਗੀ। ਧੰਨਵਾਦ ਗਾਇਜ਼। ਉਮੀਦ ਕਰਦੀ ਹਾਂ ਤੁਹਾਨੂੰ ਇਹ ਲੈਸਨ ਬਹੁਤ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਔਰ ਜੇ ਤੁਹਾਨੂੰ ਸਮਝ ਆਇਆ ਗਾਇਜ਼ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਅਤੇ ਲਾਈਕ ਕਰੋ। ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਰਹੀ ਹੈ ਕਿਸੇ ਚੈਪਟਰ ਦੇ ਵਿੱਚ, ਕਿਸੇ ਲੈਸਨ ਨੂੰ ਸਮਝਣ ਦੇ ਵਿੱਚ, ਉਹਦੇ ਮੀਨਿੰਗ ਦੇ ਵਿੱਚ, ਤਾਂ ਕਮੈਂਟਸ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਮੈਨੂੰ ਦੱਸੋ ਤਾਂ ਕਿ ਤੁਹਾਡੀਆਂ ਇਹਨਾਂ ਚੀਜ਼ਾਂ ਦੇ ਉੱਪਰ ਵੀਡੀਓਜ਼ ਬਣਾ ਕੇ ਇਹਨਾਂ ਪ੍ਰੋਬਲਮਸ ਨੂੰ ਤੁਹਾਨੂੰ ਕੱਢਿਆ ਜਾ ਸਕੇ। ਓਕੇ ਗਾਇਜ਼, ਬਾਏ। ਫਿਰ ਮਿਲਦੇ ਹਾਂ ਨੈਕਸਟ ਵੀਡੀਓ ਨੂੰ ਲੈ ਕੇ। ਬਾਏ ਬਾਏ ਗਾਇਜ਼।